ਬੱਚਿਓ, ਅੱਜ ਅਸੀਂ ਪੰਜਾਬ ਦੇ ਇਤਿਹਾਸ ਦਾ ਲੈਸਨ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬ ਦੀ ਦੇਣ ਇਹ ਸ਼ੁਰੂ ਕਰ ਰਹੇ ਹਾਂ। ਕੁਐਸਚਨ ਨੰਬਰ 1, ਭਾਰਤੀਆਂ ਵੱਲੋਂ ਆਜ਼ਾਦੀ ਦੀ ਪਹਿਲੀ ਲੜਾਈ ਕਦੋਂ ਲੜੀ ਗਈ? 1857। ਨਾਮਦਾਰੀ ਲਹਿਰ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਕੂਕਾ ਲਹਿਰ। ਆਰਿਆ ਸਮਾਜ ਦੇ ਬਾਨੀ ਕੌਣ ਸਨ? ਸਵਾਮੀ ਦਇਆਨੰਦ ਸਰਸਵਤੀ। ਲਾਹੌਰ ਕਮਿਸ਼ਨ ਸਾਈਮਨ ਕਮਿਸ਼ਨ ਦੇ ਵਿਰੋਧ ਪ੍ਰਦਰਸ਼ਨ ਵਿੱਚ ਕਿਸ ਭਾਰਤੀ ਨੇਤਾ ਨੂੰ ਆਪਣੀ ਜਾਨ ਗਵਾਉਣੀ ਪਈ? ਲਾਲਾ ਲਾਜਪਤ ਰਾਏ। ਲਾਹੌਰ ਵਿੱਚ ਜਿਹੜਾ ਜਲੂਸ ਨਿਕਲ ਰਿਹਾ ਸੀ ਉਸ ਦੀ ਅਗਵਾਈ ਲਾਲਾ ਲਾਜਪਤ ਰਾਏ ਕਰ ਰਹੇ ਸੀ ਤੇ ਇਹ ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਕੱਢਿਆ ਜਾ ਰਿਹਾ ਸੀ। ਗੋ ਬੈਕ ਸਾਈਮਨ ਦੇ ਨਾਰੇ ਲੱਗ ਰਹੇ ਸੀ ਤੇ ਉੱਥੇ ਲਾਠੀ ਚਾਰਜ ਕਰਵਾ ਦਿੱਤਾ ਗਿਆ ਤੇ ਸਿਰ ਵਿੱਚ ਲਾਠੀਆਂ ਵੱਜਣ ਕਰਕੇ ਕੁਝ ਦਿਨ ਬਾਅਦ ਲਾਲਾ ਲਾਜਪਤ ਰਾਏ ਸ਼ਹੀਦ ਹੋ ਗਏ ਸੀ। ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ, ਇਹ ਨਾਰਾ ਕਿਸ ਨੇ ਦਿੱਤਾ? ਨੇਤਾ ਜੀ ਸੁਭਾਸ਼ ਚੰਦਰ ਬੋਸ। ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਸੀਗੇ। ਕੂਕਾ ਲਹਿਰ ਦੇ ਮੋਢੀ ਬਾਬਾ ਰਾਮ ਸਿੰਘ। ਆਜ਼ਾਦ ਹਿੰਦ ਫੌਜ ਦੇ ਨੇਤਾ ਸੁਭਾਸ਼ ਚੰਦਰ ਬੋਸ। ਨੌਜਵਾਨ ਭਾਰਤ ਸਭਾ, ਇਸ ਦੇ ਸੰਸਥਾਪਕ ਸ਼ਹੀਦ ਭਗਤ ਸਿੰਘ ਜੀ ਸੀ। ਜਲਿਆਂਵਾਲੇ ਬਾਗ ਦੀ ਦੁਰਘਟਨਾ ਹੋਈ ਸੀ 1919 ਵਿੱਚ। ਆਰਿਆ ਸਮਾਜ ਦੀ ਸਥਾਪਨਾ 1875। ਗਦਰ ਪਾਰਟੀ ਦੀ ਸਥਾਪਨਾ 1913। ਸਾਈਮਨ ਕਮਿਸ਼ਨ ਭਾਰਤ ਵਿੱਚ ਆਇਆ ਸੀ 1928। ਗਦਰ ਪਾਰਟੀ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ। ਜਲਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਕਿਹਨਾਂ ਨੇ ਲਿਆ? ਸ਼ਹੀਦ ਊਧਮ ਸਿੰਘ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਸ਼ਹੀਦ ਭਗਤ ਸਿੰਘ। ਪ੍ਰਜਾ ਮੰਡਲ ਲਹਿਰ ਦੇ ਪ੍ਰਧਾਨ ਸੇਵਾ ਸਿੰਘ ਠੀਕਰੀਵਾਲਾ। ਕੁਝ ਹੋਰ ਅਹਿਮ ਘਟਨਾਵਾਂ ਹੋਈਆਂ ਸੀ। ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਹੋਈ ਸੀ 1914 ਵਿੱਚ। ਗਦਰ ਲਹਿਰ ਨਾਲ ਇਸ ਦਾ ਸੰਬੰਧ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੀ ਸਥਾਪਨਾ 1920 ਵਿੱਚ। ਆਜ਼ਾਦ ਹਿੰਦ ਫੌਜ 1943। ਭਾਰਤ ਦੀ ਵੰਡ 1947। ਭਗਤ ਸਿੰਘ ਦਾ ਸ਼ਹੀਦੀ ਦਿਨ 23 ਮਾਰਚ 1931। ਕਰਤਾਰ ਸਿੰਘ ਸਰਾਭੇ ਦਾ ਸ਼ਹੀਦੀ ਦਿਨ 17 ਨਵੰਬਰ 1915। ਊਧਮ ਸਿੰਘ ਦਾ ਸ਼ਹੀਦੀ ਦਿਨ 31 ਜੁਲਾਈ 1940। ਲਾਜਪਤ ਰਾਏ, ਇਹ ਵੀ 17 ਨਵੰਬਰ ਹੈ। ਨੈਕਸਟ ਅਸੀਂ ਖਾਲੀ ਥਾਵਾਂ ਭਰੋ ਇਹ ਕਰਾਂਗੇ। ਡੈਸ਼ ਈਸਵੀ ਨੂੰ ਲਾਹੌਰ ਦੇ ਕਾਂਗਰਸ ਇਜਲਾਸ ਵਿੱਚ 1929। ਸਾਈਮਨ ਕਮਿਸ਼ਨ। ਜਲਿਆਂਵਾਲੇ ਬਾਗ ਦੀ ਘਟਨਾ। ਲਾਲਾ ਬਾਕੇ ਦਿਆਲ ਨੇ ਇੱਕ ਗੀਤ ਲਿਖਿਆ ਸੀ, ਪਗੜੀ ਸੰਭਾਲ ਜੱਟਾ। ਟਰੂ ਫਾਲਸ। ਬਾਬਾ ਰਾਮ ਸਿੰਘ ਜੀ ਨੇ ਆਪਣੇ ਪ੍ਰਚਾਰ ਲਈ ਸਹੂਲਤ ਲਈ ਪੰਜਾਬ ਨੂੰ 22 ਸੂਬਿਆਂ ਵਿੱਚ ਵੰਡਿਆ। ਠੀਕ। ਅਕਾਲੀ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਨਹੀਂ ਕਰਵਾਉਣਾ ਚਾਹੁੰਦੇ ਸਨ। ਗਲਤ। ਅਕਾਲੀ ਲਹਿਰ ਚੱਲੀ ਇਸੇ ਵਾਸਤੇ ਸੀ ਕਿ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਇਆ ਜਾਵੇ ਤੇ ਮਾਈਕਲ ਅਡਵਾਇਰ ਦੀ ਹੱਤਿਆ ਸ਼ਹੀਦ ਊਧਮ ਸਿੰਘ ਨੇ ਕੀਤੀ। ਸਹੀ, ਇੰਗਲੈਂਡ ਵਿੱਚ ਜਾ ਕੇ ਮਾਰਿਆ ਸੀ ਉਸਨੂੰ। ਨਾਨਿਆਂ ਨੇ ਮਲੇਰਕੋਟਲੇ ਤੇ ਹਮਲਾ 1857 ਵਿੱਚ ਕੀਤਾ। ਗਲਤ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਲਿਆ। ਗਲਤ। ਸ਼ਹੀਦ ਭਗਤ ਸਿੰਘ ਨੇ ਲਿਆ ਸੀ ਬਦਲਾ।
1857 ਦੇ ਸੁਤੰਤਰਤਾ ਸੰਘਰਸ਼ ਦੀ ਪਹਿਲੀ ਲੜਾਈ ਕਦੋਂ ਅਤੇ ਕਿੱਥੇ ਸ਼ੁਰੂ ਹੋਈ? 10 ਮਈ 1857 ਨੂੰ ਮੇਰਠ ਤੋਂ। ਕਾਮਾਗਾਟਾ ਮਾਰੂ ਨਾਂ ਦਾ ਜਹਾਜ਼ ਕਿਸ ਨੇ ਕਿਰਾਏ ਤੇ ਲਿਆ ਸੀ? ਬਾਬਾ ਗੁਰਦੀਪ ਸਿੰਘ ਨੇ ਲਿਆ ਸੀ। ਪੂਰਨ ਸਵਰਾਜ ਪ੍ਰਸਤਾਵ ਦੇ ਅਨੁਸਾਰ ਭਾਰਤ ਵਿੱਚ ਪਹਿਲੀ ਵਾਰ ਆਜ਼ਾਦੀ ਦਿਵਸ ਕਦੋਂ ਮਨਾਇਆ ਗਿਆ? 26 ਜਨਵਰੀ 1930 ਨੂੰ। ਜਲਿਆਂਵਾਲੇ ਬਾਗ ਵਿੱਚ ਗੋਲੀਆਂ ਕਿਸ ਫੌਜੀ ਅਫਸਰ ਨੇ ਚਲਵਾਈਆਂ ਸੀ? ਜਨਰਲ ਡਾਇਰ। ਜੈਤੋ ਦਾ ਮੋਰਚਾ ਕਿਹੜਾ ਐਕਟ ਪਾਸ ਹੋਣ ਮਗਰੋਂ ਖਤਮ ਹੋ ਗਿਆ ਸੀ? 1925 ਦੇ ਵਿੱਚ ਗੁਰਦੁਆਰਾ ਐਕਟ ਪਾਸ ਹੋਇਆ ਤੇ ਜੈਤੋ ਦਾ ਮੋਰਚਾ ਖਤਮ ਹੋ ਗਿਆ। ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ੀ ਸਰਕਾਰ ਖਿਲਾਫ ਨਾ ਮਿਲਵਰਤਨ ਨੀਤੀ ਕਿਉਂ ਅਪਣਾਈ? ਕਿਉਂਕਿ ਬਾਬਾ ਰਾਮ ਸਿੰਘ ਜੀ ਵਿਦੇਸ਼ੀ ਸਰਕਾਰ, ਵਿਦੇਸ਼ੀ ਸਮਾਨ ਅਤੇ ਵਿਦੇਸ਼ੀ ਸੰਸਥਾਵਾਂ ਦੇ ਕੱਟੜ ਵਿਰੋਧੀ ਸਨ। ਕਿਹਨਾਂ ਕਾਰਨਾਂ ਕਰਕੇ ਗਦਰ ਲਹਿਰ ਹੋਂਦ ਵਿੱਚ ਆਈ? ਗਦਰ ਲਹਿਰ ਹਥਿਆਰਬੰਦ ਵਿਦਰੋਹ ਦੁਆਰਾ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਹੋਂਦ ਵਿੱਚ ਆਈ ਸੀ। ਅਕਾਲੀ ਲਹਿਰ ਦੇ ਹੋਂਦ ਵਿੱਚ ਆਉਣ ਦੇ ਕਾਰਨ ਦੇਖੋ। ਗੁਰਦੁਆਰਿਆਂ ਨੂੰ ਬਦ ਚੱਲਣ ਮਹੰਤਾਂ ਤੋਂ ਆਜ਼ਾਦ ਕਰਵਾਉਣਾ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਕਰਨਾ, ਇਹਨਾਂ ਦੋ ਕਾਰਨਾਂ ਕਰਕੇ ਅਕਾਲੀ ਲਹਿਰ ਚੱਲੀ ਸੀ 1920 ਤੋਂ ਲੈ ਕੇ 1925 ਤੱਕ। ਚਾਬੀਆਂ ਵਾਲਾ ਮੋਰਚਾ ਕਿਉਂ ਲੱਗਾ? ਅੰਗਰੇਜ਼ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਗੋਲਕ ਦੀਆਂ ਚਾਬੀਆਂ ਆਪਣੇ ਕੋਲ ਦਬਾ ਰੱਖੀਆਂ ਸਨ। ਇਹਨਾਂ ਨੂੰ ਪ੍ਰਾਪਤ ਕਰਨ ਲਈ ਸਿੱਖਾਂ ਨੇ ਚਾਬੀਆਂ ਵਾਲਾ ਮੋਰਚਾ ਲਗਾਇਆ। ਬੱਬਰ ਅਕਾਲੀਆਂ ਦਾ ਮੁੱਖ ਨਿਸ਼ਾਨਾ ਕੀ ਸੀ? ਜਿਸ ਤਰ੍ਹਾਂ ਅਕਾਲੀਆਂ ਨੇ ਇੱਕ ਅਹਿੰਸਾਤਮਕ ਅੰਦੋਲਨ ਚਲਾਇਆ ਸੀ, ਇਸੇ ਤਰ੍ਹਾਂ ਬੱਬਰ ਅਕਾਲੀਆਂ ਨੇ ਹਿੰਸਾਤਮਕ ਅੰਦੋਲਨ ਚਲਾਇਆ ਸੀ। ਇਹਨਾਂ ਦਾ ਉਦੇਸ਼ ਸੀਗਾ ਉਹਨਾਂ ਜਾਸੂਸਾਂ ਅਤੇ ਸਰਕਾਰੀ ਪਿੱਠੂਆਂ ਨੂੰ ਲੱਭਣਾ ਤੇ ਮਾਰ ਮੁਕਾਉਣਾ ਜਿਹੜੇ ਅੰਗਰੇਜ਼ਾਂ ਦਾ ਸਾਥ ਦਿੰਦੇ ਸੀ। 1857 ਦੀ ਆਜ਼ਾਦੀ ਦੀ ਜੰਗ ਕਿਉਂ ਫੇਲ ਹੋ ਗਈ ਸੀ? ਸਾਰੇ ਕ੍ਰਾਂਤੀਕਾਰੀ ਆਜ਼ਾਦੀ ਪ੍ਰਾਪਤੀ ਦੇ ਨਿਸ਼ਾਨੇ ਨਾਲ ਨਹੀਂ ਲੜੇ। ਕ੍ਰਾਂਤੀਕਾਰੀ ਸਿੱਖਿਅਤ ਸੈਨਿਕ ਨਹੀਂ ਸਨ, ਉਹਨਾਂ ਕੋਲ ਚੰਗੇ ਹਥਿਆਰਾਂ ਦੀ ਘਾਟ ਸੀ। ਸੰਘਰਸ਼ ਵਿੱਚ ਏਕਤਾ ਦੀ ਘਾਟ ਸੀ। ਉੱਤਰੀ ਭਾਰਤ ਵਿੱਚ ਹੀ ਫੈਲਿਆ, ਪੂਰੇ ਦੇਸ਼ ਵਿੱਚ ਨਹੀਂ ਫੈਲਿਆ। ਪੰਜਾਬ ਦੀਆਂ ਜਿਹੜੀਆਂ ਰਿਆਸਤਾਂ ਸੀ ਜਾਂ ਰਾਜੇ ਸੀ, ਉਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ, ਇਸ ਕਰਕੇ ਗਦਰ ਪੰਜਾਬ ਵਿੱਚ ਤਾਂ ਅਸਫਲ ਹੋ ਗਿਆ। ਆਰਿਆ ਸਮਾਜ ਦੇ ਪੰਜਾਬ ਵਿਚਲੇ ਕਾਰਜਾਂ ਦਾ ਵਰਣਨ ਕਰੋ। ਆਰਿਆ ਸਮਾਜ ਨੇ ਪੰਜਾਬ ਵਿੱਚ ਸਭ ਤੋਂ ਪਹਿਲਾਂ ਤਾਂ ਰਾਸ਼ਟਰੀ ਭਾਵਨਾ ਨੂੰ ਪੈਦਾ ਕੀਤਾ। ਲਾਲਾ ਲਾਜਪਤ ਰਾਏ, ਸਰਦਾਰ ਅਜੀਤ ਸਿੰਘ ਅਤੇ ਲਾਲਾ ਹਰਦਿਆਲ ਵਰਗੇ ਮਹਾਨ ਦੇਸ਼ ਭਗਤਾਂ ਨੂੰ ਉਭਾਰਿਆ। ਇਸ ਨੇ ਪੰਜਾਬ ਵਿੱਚ ਸਵਦੇਸ਼ੀ ਲਹਿਰ ਨੂੰ ਉਤਸ਼ਾਹ ਦਿੱਤਾ ਅਤੇ ਪੰਜਾਬ ਵਿੱਚ ਵਿੱਦਿਆ ਨੂੰ ਫੈਲਾਇਆ। DAV ਸਕੂਲ, DAV ਕਾਲਜਿਸ ਖੋਲ੍ਹੇ। ਜਲਿਆਂਵਾਲਾ ਬਾਗ ਦੀ ਘਟਨਾ ਬਾਰੇ ਜਾਣਕਾਰੀ ਦਿਓ। ਇਹ ਘਟਨਾ ਜਾਂ ਇਹ ਕਤਲੇਆਮ ਜਿਹੜਾ ਅੰਮ੍ਰਿਤਸਰ ਦੇ ਵਿੱਚ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ 1919 ਨੂੰ ਹੋਇਆ ਸੀ। ਇਸ ਦਿਨ ਜਲਿਆਂਵਾਲੇ ਬਾਗ ਵਿੱਚ ਪੰਜਾਬੀ ਸ਼ਾਂਤਮਈ ਤਰੀਕੇ ਨਾਲ ਸਭਾ ਕਰ ਰਹੇ ਸੀ, ਮੀਟਿੰਗ ਕਰ ਰਹੇ ਸੀ, ਪਰ ਸਰਕਾਰ ਨੇ ਚੁੱਪ ਚੁਪੀਤੇ ਮਾਰਸ਼ਲ ਲਾਅ ਲਾਗੂ ਕਰ ਦਿੱਤਾ, ਜਿਸ ਦਾ ਲੋਕਾਂ ਨੂੰ ਨਹੀਂ ਪਤਾ ਲੱਗਾ। ਜਨਰਲ ਡਾਇਰ 50 ਹਥਿਆਰਬੰਦ ਸਿਪਾਹੀਆਂ ਨੂੰ ਲੈ ਕੇ ਬਿਨਾਂ ਕਿਸੇ ਚੇਤਾਵਨੀ ਦੇ ਜਲਿਆਂਵਾਲੇ ਬਾਗ ਵਿੱਚ ਪਹੁੰਚ ਗਿਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਸੈਂਕੜੇ ਹੀ ਨਿਰਦੋਸ਼ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ। ਇਸ ਅੰਦੋਲਨ ਜਿਹੜਾ ਸੀ, ਇਸ ਕਰਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਬੜਾ ਵੱਡਾ ਮੋੜ ਆਇਆ ਅਤੇ ਸਾਰੇ ਦੇਸ਼ ਵਾਸੀ ਅੰਗਰੇਜ਼ਾਂ ਦੇ ਖਿਲਾਫ ਹੋ ਗਏ। ਇਸ ਘਟਨਾ ਤੋਂ ਬਾਅਦ ਮਹਾਤਮਾ ਗਾਂਧੀ ਸਟੇਜ ਦੇ ਉੱਪਰ, ਰਾਜਨੀਤਿਕ ਮੰਚ ਦੇ ਉੱਪਰ ਉੱਭਰ ਕੇ ਆਏ ਅਤੇ ਉਹਨਾਂ ਨੇ ਅਸਹਿਯੋਗ ਅੰਦੋਲਨ ਚਲਾਇਆ। ਸਰਦਾਰ ਊਧਮ ਸਿੰਘ ਨੇ ਜਲਿਆਂਵਾਲੇ ਬਾਗ ਦੀ ਦੁਰਘਟਨਾ ਦਾ ਬਦਲਾ ਕਿਵੇਂ ਲਿਆ? ਊਧਮ ਸਿੰਘ ਇੱਕ ਪੱਕਾ ਦੇਸ਼ ਭਗਤ ਸੀ।
ਉਸਨੇ ਆਪਣੀ ਅੱਖਾਂ ਨਾਲ ਇਹ ਖੂਨੀ ਸਾਕਾ ਵੇਖਿਆ ਸੀ ਤੇ ਉਸਦਾ ਖੂਨ ਖੋਲ ਉੱਠਿਆ ਸੀ। 19 ਸਾਲ ਦੇ ਨੌਜਵਾਨ ਨੇ ਕਤਲੇਆਮ ਦਾ ਬਦਲਾ ਲੈਣ ਦਾ ਪੱਕਾ ਇਰਾਦਾ ਕੀਤਾ। ਉਸ ਨੇ 21 ਸਾਲ ਬਾਅਦ 40 ਸਾਲ ਦੀ ਉਮਰ ਦੇ ਵਿੱਚ ਇੰਗਲੈਂਡ ਗਿਆ। ਲੰਡਨ ਦੇ ਵਿੱਚ ਜਲਿਆਂਵਾਲਾ ਬਾਗ ਦੇ ਮੁੱਖ ਦੋਸ਼ੀ ਸਰ ਮਾਈਕਲ ਐਡਵਾਇਰ, ਜਿਹੜਾ ਉਸ ਸਮੇਂ ਪੰਜਾਬ ਦਾ ਗਵਰਨਰ ਸੀ ਹੱਤਿਆਕਾਂਡ ਦੇ ਟਾਈਮ 'ਤੇ, ਉਸ ਨੂੰ ਗੋਲੀ ਨਾਲ ਉਡਾ ਦਿੱਤਾ। ਨੌਜਵਾਨ ਭਾਰਤ ਸਭਾ ਉੱਤੇ ਨੋਟ ਲਿਖੋ। ਨੌਜਵਾਨ ਭਾਰਤ ਸਭਾ ਜਿਹੜੀ ਸੀ ਇਹ ਭਗਤ ਸਿੰਘ ਨੇ ਲਾਹੌਰ ਵਿੱਚ ਬਣਾਈ ਸੀ 1925-26 ਦੇ ਵਿੱਚ। ਆਪ ਇਸ ਸਭਾ ਦਾ ਜਨਰਲ ਸਕੱਤਰ ਬਣ ਗਿਆ ਤੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦਾ ਉਸਨੇ ਫੈਸਲਾ ਕੀਤਾ। ਇਸ ਸੰਸਥਾ ਨੂੰ ਗਰਮ ਧੜੇ ਦੇ ਕਾਂਗਰਸੀ ਨੇਤਾਵਾਂ ਦੀ ਹਮਾਇਤ ਸੀ। ਬਹੁਤ ਜਲਦੀ ਇਹ ਸੰਸਥਾ ਜਿਹੜੀ ਸੀ ਕ੍ਰਾਂਤੀਕਾਰੀਆਂ ਦਾ ਕੇਂਦਰ ਬਣ ਗਈ। ਇਸ ਦੀਆਂ ਮੀਟਿੰਗਾਂ ਦੇ ਵਿੱਚ ਮਾਰਕਸ ਅਤੇ ਲੈਨਿਨ ਦੇ ਵਿਚਾਰਾਂ ਅਤੇ ਹੋਰ ਦੇਸ਼ਾਂ ਵਿੱਚ ਆਏ ਇਨਕਲਾਬਾਂ ਦੀ ਚਰਚਾ ਕੀਤੀ ਜਾਂਦੀ ਸੀ। ਸਾਈਮਨ ਕਮਿਸ਼ਨ ਉੱਪਰ ਨੋਟ ਲਿਖੋ। ਸਾਈਮਨ ਕਮਿਸ਼ਨ 7 ਮੈਂਬਰਾਂ ਦਾ ਇੱਕ ਕਮਿਸ਼ਨ ਸੀ ਜਿਹੜਾ ਕਿ 1928 ਦੇ ਵਿੱਚ ਭਾਰਤ ਆਇਆ ਸੀ। ਇਸ ਦੇ ਪ੍ਰਧਾਨ ਸੀਗੇ ਸਰ ਜੌਨ ਸਾਈਮਨ ਅਤੇ ਇਸ ਦੇ ਮੈਂਬਰ ਸੀਗੇ 7 ਤੇ ਸਾਰੇ ਹੀ ਅੰਗਰੇਜ਼ ਸੀ। ਇਸੇ ਕਰਕੇ ਭਾਰਤ ਵਾਸੀਆਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਇਸ ਦਾ ਵਿਰੋਧ ਕੀਤਾ ਤੇ ਗੋ ਬੈਕ ਸਾਈਮਨ ਦੇ ਨਾਅਰੇ ਲਗਾਏ ਤੇ ਇਸ ਅੰਦੋਲਨ ਨੂੰ ਬਹੁਤ ਸਖਤੀ ਨਾਲ ਸਰਕਾਰ ਨੇ ਦਬਾਇਆ। ਲਾਹੌਰ ਵਿੱਚ ਜਦੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਇਸ ਜਲੂਸ ਦੀ ਅਗਵਾਈ ਲਾਲਾ ਲਾਜਪਤ ਰਾਏ ਕਰ ਰਹੇ ਸੀ। ਉਹਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਗਿਆ ਜਿਸ ਕਾਰਨ ਉਹ ਸ਼ਹੀਦ ਹੋ ਗਏ। So dear students, thank you very much.